ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰਿਓ, ਜੋ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਵਿਚਾਰ ਚਿਰਾਂ ਤੋਂ ਦੁੱਖਾਂ ਦੇ ਨਾਸ਼ਕ, ਸੁੱਖਾਂ ਦੇ ਪ੍ਰਕਾਸ਼ਕ, ਸਰਬ ਸੁੱਖਾਂ ਦੇ ਦਾਤੇ, ਨਿਮਾਣਾਂ ਦੇ ਮਾਣ, ਨੀ ਤਾਣਾਂ ਦੇ ਤਾਣ, ਨੀ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਹੱਥ ਪਲ ਦੇ ਰਾਖੇ, ਇੱਛਾ ਪੂਰ ਸਰਬ ਸੁਖ ਦਾਤਾ, ਕੋਟ ਖੰਡਾ ਬ੍ਰਹਿਮੰਡਾਂ ਦਾ ਮਾਲਕ, ਗੱਦੀ ਤੇ ਬਿਰਾਜਮਾਨ, ਤਨ ਤਨ ਸਾਹਿਬ ਸ੍ਰੀ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਤਿ ਸੰਗ ਜੀਓ। ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰਬਾਣੀ ਕਥਾ ਵਿਚਾਰਾਂ ਦਾ ਰਸ ਮਾਣ ਰਹੇ ਹੋ। ਇਹ ਰਸ ਇੱਕ ਦਿਨ ਮਹਾਰਸ ਵਿੱਚ ਬਦਲ ਕੇ ਉਹ ਅੰਮ੍ਰਿਤ ਰਸ ਪ੍ਰਾਪਤ ਹੋ ਜਾਓ, ਜੇ ਗੁਰੂ ਦੀ ਸਿੱਖਿਆ ਦੇ ਨਾਲ ਆਪਾਂ ਚੱਲਾਂਗੇ। ਆਓ ਚਿਰਾਂ ਤੋਂ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਆਪਾਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਜੋ ਸੰਗਰਨਾਥ ਨੇ 7 ਸਵਾਲ ਕੀਤੇ ਸੀ, ਉਹਨਾਂ ਵਿੱਚੋਂ 7ਵਾਂ ਸਵਾਲ ਅਹੰਕਾਰ ਦਾ ਸੀ, ਜਿਸ ਅਹੰਕਾਰ 'ਤੇ ਆਪਾਂ ਨੂੰ ਤਕਰੀਬਨ ਪੌਣੇ 3 ਮਹੀਨੇ ਦੇ ਕਰੀਬ ਵਿਚਾਰ ਕਰਦਿਆਂ ਨੂੰ ਹੋ ਗਿਆ ਵੀ ਅਹੰਕਾਰ ਕੀ ਹੈ, ਕਿਵੇਂ ਨਾਸ਼ ਹੋ ਸਕਦਾ। ਇਹ ਗੁਰੂ ਦੀ ਕਿਰਪਾ ਹੋਵੇ, ਸਾਡਾ ਜਿਹੜਾ ਬੁੱਧੀ ਦਾ ਤਾਲਾ ਲੱਗਾ ਹੋਇਆ ਨਾ, ਤਾਂ ਖੁੱਲ੍ਹਦਾ, ਤੇ ਉਹ ਤਾਲੇ ਦੀ ਜਿਹੜੀ ਚਾਬੀ ਹੈ ਨਾ, ਉਹ ਪੈਰੋਂ ਹੈ ਗੁਰੂ ਦੇ ਹੱਥ ਵਿੱਚ। ਜਦੋਂ ਅਸੀਂ ਸਾਧ ਸੰਗਤ ਵਿੱਚ ਆਵਾਂਗੇ ਨਾ, ਤੇ ਸਾਧ ਸੰਗ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ। ਇਸ ਅਰਦਾਸ ਜਿਹੜੀ ਪਾਵਰ ਹੈ, ਸਾਧ ਸੰਗ ਦੇ ਕੋਲ। ਤੇ ਸਾਧ ਸੰਗ ਜਦੋਂ ਕਿਸੇ ਤੇ ਮਿਹਰ ਦੀ ਨਿਗਾਹ ਕਰ ਦਿੰਦੀ ਤੇ ਗੁਰੂ ਨੇ ਤੇ ਖੁਸ਼ ਹੋ ਜਾਂਦਾ। ਫਿਰ ਤਾਲੇ ਕੀ, ਸਭ ਦਰਵਾਜ਼ੇ ਖੁੱਲ੍ਹੇ, ਬੁੱਧੀ ਦੇ ਦਰਵਾਜ਼ੇ ਸਭ ਖੁੱਲ੍ਹੇ। ਜਿੰਨਾ ਚਿਰ ਸਾਡੀ ਅਕਲ ਬੁੱਧ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ, ਉਹਨਾਂ ਚਿਰ ਸਾਡੇ ਅੰਦਰ ਕਦੇ ਲਗਨ ਪੈਦਾ ਨਹੀਂ ਹੋ ਸਕਦੀ ਕਿ ਕਿਵੇਂ ਬਚਾ ਜਾਵੇ, ਸੋਚਿਆ ਵੀ ਨਹੀਂ ਜਾ ਸਕਦਾ। ਇਸ ਵਾਸਤੇ ਆਪਾਂ 2 ਦਿਨ ਵਿਚਾਰ ਕੀਤੀ ਵੀ ਸਿੱਖ ਕੌਣ ਹੈ, ਤੇ ਪ੍ਰਮਾਣਨ ਦੇ ਨਾਲ ਆਪਾਂ ਉਹਦੀ ਵਿਚਾਰ ਕੀਤੀ। ਹੁਣ ਆਪਾਂ ਕੱਲ੍ਹ ਇੱਕ ਵਿਚਾਰ ਸਿੱਖ ਦੇ ਨਾਲ ਗੁਰਸਿੱਖ ਦੀ ਆਰੰਭੀ ਸੀ ਵੀ ਗੁਰਸਿੱਖ ਕੌਣ ਹੁੰਦਾ। ਤੇ ਗੱਲ ਕੱਲ੍ਹ ਗੁਰਸਿੱਖ ਦੀ ਵਿਚਾਰ ਕਰਦਿਆਂ ਕਰਦਿਆਂ ਕਿਹਾ ਵੀ ਜਿਹਦੇ ਭਰਮ ਟੁੱਟ ਗਏ, ਵਹਿਮ ਟੁੱਟ ਗਏ, ਜਿਹੜਾ ਗੁਰੂ ਦੀ ਸਿੱਖਿਆ 'ਤੇ ਪੂਰਨ ਤੌਰ 'ਤੇ ਚੱਲ ਪਿਆ,
ਗੁਰੂ ਦੀ ਕਿਰਪਾ ਹੋ ਗਈ, ਹੰਕਾਰ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ, ਹੰਕਾਰ ਘਟਣਾ ਸ਼ੁਰੂ ਹੋ ਗਿਆ। ਅਸਲ ਵਿੱਚ ਜਦੋਂ ਹੰਕਾਰ ਘਟ ਜਾਂਦਾ ਹੈ, ਮੁੱਖ ਖਤਮ ਹੋ ਜਾਂਦਾ ਹੈ ਬੰਦੇ ਦੇ ਵਿੱਚੋਂ, ਉਦੋਂ ਹੀ ਉਹਨੂੰ ਗੁਰਸਿੱਖੀ ਦਾ ਪਤਾ ਲੱਗਦਾ ਕਿ ਹੁਣ ਮੈਂ ਗੁਰਸਿੱਖ ਦਾ ਗੁਰੂ ਦਾ ਸਿੱਖ ਬਣਿਆ। ਪਹਿਲਾਂ ਸਿੱਖ ਕਹਾ ਸਕਦਾ ਸੀ, ਪਰ ਗੁਰੂ ਦਾ ਸਿੱਖ, ਗੁਰਸਿੱਖ ਹੁਣ ਪਤਾ ਲੱਗੂਗਾ ਵੀ ਜਦੋਂ ਹੰਕਾਰ ਮਨ ਵਿੱਚੋਂ ਨਿਕਲ ਕੇ ਤੇ ਆਤਮਿਕ ਸ਼ਾਂਤੀ ਆ ਗਈ, ਨਿਮਰਤਾ ਆ ਗਈ। ਜਦੋਂ ਨਿਮਰਤਾ ਆ ਗਈ ਉਦੋਂ ਹੀ ਸਮਝੋ ਕਿ ਹੰਕਾਰ ਸਾਡੇ ਅੰਦਰੋਂ ਨਿਕਲ ਗਿਆ, ਅਸੀਂ ਗੁਰਸਿੱਖ ਹਾਂ। ਇਹ ਗੱਲ ਕਹਿਣ ਮਾਤਰ ਨਹੀਂ। ਕਈ ਵਾਰ ਕੀ ਦੇਖਿਆ ਜਾਂਦਾ ਸੰਸਾਰ ਵਿੱਚ, ਬਾਹਰੋਂ ਤਾਂ ਬੜੀ ਨਿਮਰਤਾ ਹੁੰਦੀ, ਬਾਹਰੋਂ ਬਹੁਤ ਨਿਮਰਤਾ ਹੁੰਦੀ, ਪਰ ਅੰਦਰ ਛੁਰੀ ਚੱਲਦੀ ਹੁੰਦੀ ਹੈ। ਛੁਰੀ ਅੰਦਰ, ਛੁਰੀ ਬਾਹਰੋਂ ਜੀ ਅੰਦਰ ਛੁਰੀ। ਉਹਨੂੰ ਆਪਾਂ ਭਲਾ ਕੀ ਕਹਾਂਗੇ ਵੀ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਗੁੜ ਵਰਗੀਆਂ, ਅੰਦਰ ਕਾਤੀ, ਅੰਦਰ ਦਾਤਰੀ ਚੱਲ ਰਹੀ। ਇਹ ਕਹਾਂਗੇ ਨਾ, ਉਹ ਗੁਰਸਿੱਖ ਨੇ ਪਿਆਰੋ ਜਿਹੜੇ ਤਨ ਮਨ ਵਿੱਚ ਨਿਮਰਤਾ ਆ ਗਈ, ਕਿਸੇ ਨੂੰ ਬਖਸ਼ਣ ਦਾ, ਮਾਫ ਕਰਨ ਦਾ ਉਹਦੇ ਵਿੱਚ ਜਿਗਰਾ ਆ ਗਿਆ, ਇੱਦਾਂ ਦੀ ਜ਼ਮੀਰ ਬਣ ਗਈ, ਪੂਰਨ ਤੌਰ 'ਤੇ ਗੁਰੂ ਦੇ ਨਾਲ ਜੁੜ ਗਏ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਗੁਰਸਿੱਖ ਦੀ ਕਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਗੁਰੂ ਦੇ ਮਨ ਨੂੰ ਉਹੀ ਚੰਗਾ ਲੱਗਦਾ ਹੈ ਜਿਹੜਾ ਹੰਕਾਰ ਨੂੰ ਛੱਡ ਕੇ, ਮੈਂ ਮੇਰੀ ਨੂੰ ਛੱਡ ਕੇ ਤੇ ਸਵਾਸ ਸਵਾਸ ਆਪਣੇ ਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ। ਪਛੰਦ ਜਿਸ ਨੂੰ ਹੋਏ ਦਿਆਲ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜਦੋਂ ਗੁਰੂ ਦਾ ਕਹਿਣਾ ਮੰਨ ਕੇ ਗੁਰੂ ਦੇ ਸੂਲਨ ਤੇ ਤੁਰ ਲੱਗ ਜਾਂਦਾ ਨਾ ਇਨਸਾਨ ਜੀਵ, ਹੁਣ ਭਾਵੇਂ ਇੱਕੋ ਹੀ ਦਰਜਾ ਹੈ ਗੁਰੂ ਦਾ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ, ਪਰ ਗੁਰੂ ਨੂੰ ਭੇਜਿਆ ਕਿਹਨੇ? ਉਸ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ। ਫਿਰ ਵੱਡਾ ਕੌਣ ਹੋਇਆ? ਅਕਾਲ ਪੁਰਖ ਵਾਹਿਗੁਰੂ ਹੈ। ਦੋਨੇ ਪਾਵਰ ਵਿੱਚ ਇੱਕੋ ਨੇ, ਪਰ ਪਾਵਰ ਦਿੱਤੀ ਕਿਹਨੇ? ਉਸ ਅਕਾਲ ਪੁਰਖ ਨੇ ਗੁਰੂ ਨੂੰ ਪਾਵਰ ਦੇ ਕੇ ਆਪਣੇ ਵਰਗਾ ਬਣਾ ਲਿਆ। ਜਦੋਂ ਗੁਰੂ ਦੀ ਸੇਵਾ ਬੰਦਾ ਕਰਦਾ ਹੈ, ਜਦੋਂ ਗੁਰੂ ਦੇ ਨਾਲ ਸ਼ਬਦ ਦੇ ਨਾਲ ਜੁੜਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ, ਤਾਂ ਜਿੱਦਾਂ ਮਾਂ ਬੱਚੇ ਨੂੰ ਦੇਖ ਕੇ ਖੁਸ਼ ਹੁੰਦੀ ਆ ਨਾ, ਆਪਾਂ ਕੱਲ੍ਹ ਵਿਚਾਰ ਕਰਦੇ ਕਿ ਜਿਸ ਤਰ੍ਹਾਂ ਮਾਂ ਬੱਚੇ ਦੇ ਮੂੰਹ ਵਿੱਚ ਰੋਟੀ ਕੋਈ ਪਾਵੇ, ਕੋਈ ਫਲ ਫਰੂਟ ਪਾਵੇ, ਕੋਈ ਖਾਣ ਨੂੰ ਵਰਤ ਦੇਵੇ, ਮਾਂ ਖੁਸ਼ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਾ ਸੇਵਕ ਗੁਰੂ ਦੀ ਸੇਵਾ ਕਰਦਾ ਹੈ ਨਾ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਉਹ ਖੁਸ਼ ਹੁੰਦਾ ਹੈ। ਅਤੇ ਫਿਰ ਕੀ ਕਰਦਾ ਹੈ? ਫਿਰ ਉਹ ਕਹਿੰਦਾ ਇਸ ਗੁਰੂ ਨੂੰ ਉਪਦੇਸ਼ ਕਰਦਾ ਉਹ ਅਕਾਲ ਪੁਰਖ ਵਾਹਿਗੁਰੂ। ਉਹ ਕਹਿੰਦਾ ਇਹਨੂੰ ਹੁਣ ਸ਼ਬਦ ਸੁਣਾ, ਇਹਦੇ ਜੀਵਨ ਦੀ ਸੇਧ ਦੇ, ਇਹਨੂੰ ਜੀਵਨ ਦੀ ਸੇਧ, ਜੀਵਨ ਜਾਚ ਸਿਖਾਉਣ। ਜੀਵਨ ਜਾਚ ਦੇ ਪਿਆਰੋ ਗੁਰੂ ਤੋਂ ਤੇ ਸਾਧ ਸੰਗਤ ਤੋਂ ਪ੍ਰਾਪਤ ਹੁੰਦੀ। ਪਾਠ ਵੀ ਕਰੀ ਜਾਵਾਂਗੇ, ਬਹੁਤ ਕਰਾਂਗੇ, ਰਾਤ ਦਿਨ ਕਰਾਂਗੇ, ਨਾਮ ਰਾਤ ਦਿਨ ਜਪਾਂਗੇ,
ਹੁਕਮ ਗੁਰੂ ਦਾ ਰਾਤ ਦਿਨ ਮੰਨਾਂਗੇ, ਪਰ ਜਿਹੜੀ ਜੀਵਨ ਦੀ ਜਾਂਚ ਆ, ਜੀਵਨ ਕਿਵੇਂ ਬਤੀਤ ਕਰਦਾ ਹੈ, ਉਹ ਕੌਣ ਦੱਸੂਗਾ? ਉਹ ਉਪਦੇਸ਼ ਕੌਣ ਦੇਊਗਾ? ਉਹ ਦੇਊਗਾ ਗੁਰੂ। ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਦੋਂ ਗੁਰੂ ਦਾ ਸਿੱਖ ਹੁਕਮ ਵਿੱਚ ਚੱਲਣਾ ਸਿੱਖ ਜਾਂਦਾ ਹੈ ਤੇ ਗੁਰੂ ਫਿਰ ਉਹਨੂੰ ਜੀਵਨ ਦੀ ਜਾਂਚ ਦੱਸਦਾ ਵੀ ਤੂੰ ਜੀਵਨ ਇਸ ਤਰੀਕੇ ਦੇ ਨਾਲ ਜੀਣਾ। ਹੁਣ ਪਾਤਸ਼ਾਹ ਨੇ ਇੱਕ ਬਹੁਤ ਸਾਨੂੰ ਵਧੀਆ ਗੱਲ ਦੱਸੀ ਵੀ ਜਿਹੜਾ ਅਸੀਂ ਥਾਂ ਥਾਂ ਫਿਰ ਡਿੱਗਣਾ ਸ਼ੁਰੂ ਹੋ ਜਾਂਦੇ ਆ। ਕਈ ਵਾਰ ਮਨ ਡੋਲ ਜਾਂਦਾ ਹੈ, ਡੋਲਦਾ ਰਹਿੰਦਾ ਹਮੇਸ਼ਾ ਮਨ ਬੰਦੇ ਦਾ ਮਨ ਹਮੇਸ਼ਾ ਡੋਲਦਾ ਰਹਿੰਦਾ। ਗੁਰਸਿੱਖ ਦਾ ਫਿਰ ਮਨ ਨਹੀਂ ਡੋਲਦਾ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜਨ ਨਾਨਕ ਧੂੜ ਮੰਗੇ ਗੁਰ ਸਿੱਖ ਕੀ, ਜਿਹਦੇ ਮਨ ਤਨ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਅਹੰਕਾਰ ਖਤਮ ਹੋ ਜਾਂਦਾ ਹੈ, ਨਿਮਰਤਾ ਆ ਜਾਂਦੀ ਹੈ, ਗੁਰੂ ਤੋਂ ਜੀਵਨ ਜਾਚ ਸਿੱਖ ਲਈ। ਪਾਤਸ਼ਾਹ ਕਹਿੰਦੇ ਫਿਰ ਮੈਂ, ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਮੈਂ ਇਹੋ ਜਿਹੇ ਗੁਰਸਿੱਖ ਦੀ ਧੂੜ ਤੋਂ ਲੋਚਦਾ ਹੈ। ਇਹੋ ਜਿਹੇ ਗੁਰਸਿੱਖਾਂ ਦੀ ਧੂੜ ਮੈਨੂੰ ਚਾਹੀਦੀ ਹੈ। ਇੰਨਾ ਪਿਆਰ, ਇੰਨੀ ਨਿਮਰਤਾ ਗੁਰੂ ਵਿੱਚ। ਗੁਰਸਿੱਖ ਦੀ ਧੂੜ, ਕਿਉਂਕਿ ਹੁਣ ਗੁਰੂ ਤੇ ਸਿੱਖ ਇੱਕ ਹੋ ਗਏ ਆ। ਗੁਰੂ ਤੇ ਗੁਰਸਿੱਖ ਇੱਕ ਹੋ ਗਏ ਆ। ਹੁਣ ਕੋਈ ਫਰਕ ਨਹੀਂ, ਉੱਚ ਨੀਚ ਦਾ ਕੋਈ ਫਰਕ ਨਹੀਂ, ਗੁਰੂ ਚੇਲੇ ਦਾ ਕੋਈ ਫਰਕ ਨਹੀਂ। ਹੁਣ ਗੁਰੂ ਚੇਲੇ ਦਾ ਸੰਬੰਧ ਟੁੱਟ ਕੇ ਹੁਣ ਭਰਾ ਭਰਾ ਵਾਂਗੂ ਹੋ ਗਏ ਆ। ਤੇ ਫਿਰ ਕੀ ਹੁੰਦਾ ਹੈ? ਫਿਰ ਕਹਿੰਦੇ ਪਾਤਸ਼ਾਹ ਕਹਿੰਦੇ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਜਿਹੜਾ ਫਿਰ ਉਹ ਆਪ ਨਾਮ ਜਪਣ ਲੱਗ ਜਾਂਦਾ ਤੇ ਦੂਜਿਆਂ ਨੂੰ ਨਾਮ ਜਪਾਉਣ ਲੱਗ ਜਾਂਦਾ ਹੈ। ਆਓ ਇੱਕ ਪਾਤਸ਼ਾਹ ਕਹਿੰਦੇ, ਧੰਨ ਧੰਨ ਗੁਰਸਿੱਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲੈ। ਕਹਿੰਦੇ ਉਸ ਗੁਰਸਿੱਖ ਤੋਂ ਵਾਰ ਵਾਰ ਕੁਰਬਾਨ ਉਹਦਾ ਨਾਮ ਜਪਣਾ ਵੀ, ਉਹਦਾ ਨਾਮ ਲੈਣਾ ਵੀ ਚਾਹੁੰਦਾ। ਇੱਕ ਪਾਤਸ਼ਾਹ ਨੇ ਬਹੁਤ ਉੱਚੀ ਪਦਵੀ ਦੱਸ ਦਿੱਤੀ ਅੱਗੇ। ਕਹਿੰਦੇ ਜੋ ਕਹੇ ਠਾਕੁਰ ਪੈ ਸੇਵਕ, ਜੋ ਕਹੇ ਠਾਕੁਰ ਪੈ, ਜੋ ਕਹੇ ਠਾਕੁਰ ਪੈ ਸੇਵਕ। ਜੋ ਹੁਣ ਉਸ ਮਾਲਕ ਨੂੰ ਕਹਿੰਦਾ ਨਾ ਸੇਵਕ, ਤਤਕਾਲ ਹੋਏ ਆਵੇ। ਜੋ ਆਪਣੇ ਮਾਲਕ ਨੂੰ ਕਹਿੰਦਾ, ਹੁਣ ਮਾਲਕ ਇਸ ਤਰ੍ਹਾਂ ਦਾ ਬਣ ਗਿਆ, ਰਿਸ਼ਤਾ ਬਣ ਗਿਆ ਮਾਲਕ ਦਾ ਸੇਵਕ ਦਾ, ਜੋ ਮੂੰਹ ਚੋਂ ਬਚਨ ਨਿਕਲਦਾ ਪੂਰਾ ਹੁੰਦਾ ਹੈ। ਜੋ ਮੂੰਹ ਚੋਂ ਬਚਨ ਨਿਕਲਦਾ ਪੂਰਾ ਹੁੰਦਾ ਹੈ। ਜੋ ਚੀਜ਼ ਮੰਗਦਾ ਉਸੇ ਟਾਈਮ ਤਤਕਾਲ ਹਾਜ਼ਰ। ਤਤਕਾਲ ਸ਼ਬਦ ਫਿਰ ਅੱਜ ਚੱਲਿਆ ਸਾਡੀ ਸਰਕਾਰ ਨੇ, ਤਤਕਾਲ ਪਾਸਪੋਰਟ, ਤਤਕਾਲ ਟਿਕਟ। ਇਹ ਤਾਂ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਕਹਿ ਦਿੱਤਾ ਤਤਕਾਲ ਸ਼ਬਦ। ਤਤਕਾਲ ਵੀ ਮੂੰਹ ਚੋਂ ਕੱਢਣ ਦੀ ਢੇਰ ਉਦੋਂ ਹੀ ਹੋ ਗਿਆ। ਫਿਰ ਇਹੋ ਜਿਹੇ ਗੁਰਸਿੱਖਾਂ ਵਿੱਚੋਂ ਕੋਈ ਗੁਰਸਿੱਖ ਹੋਇਆ, ਆਪਾਂ ਇਹ ਵਿਚਾਰ ਕਰੀਏ, ਹੋਇਆ ਅਨੇਕਾਂ ਹੋਏ, ਇੱਕ ਦਾ ਨਹੀਂ ਅਨੇਕਾਂ ਹੋਏ। ਆਓ ਇੱਕ ਦਾ ਪ੍ਰਮਾਣ ਲੈ ਕੇ ਆਪਾਂ ਗੱਲ ਸਮਝ। 100 150 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 1
ਸਿੱਖ ਬਣ ਕੇ, ਗੁਰਸਿੱਖ ਬਣ ਕੇ ਜੀਵਨ ਕਿਹੋ ਜਿਹਾ ਹੋ ਜਾਂਦਾ। ਸ਼ਾਇਦ ਤੁਸੀਂ ਭਾਈ ਨੱਖੂ ਦੇ ਬਾਰੇ ਸੁਣਿਆ ਹੋਵੇ। ਭਾਈ ਨੱਖੂ ਬਹੁਤ ਵੱਡਾ ਚੋਰ ਸੀ, ਧਾੜਵੀ ਸੀ, ਕਾਤਲ ਸੀ। ਕਈ ਵਾਰ ਲੁੱਟ ਕੇ ਛੱਡ ਦਿੰਦਾ ਬੰਦਿਆਂ ਨੂੰ, ਤਾਂ ਕਈ ਵਾਰ ਲੁੱਟ ਕੇ ਮਾਰ ਵੀ ਦਿੰਦਾ। ਇੱਕ ਵਾਰੀ ਪ੍ਰਚਾਰ ਦੌਰੇ 'ਤੇ ਭਾਈ ਕਲਿਆਣਾ ਜੀ ਗਏ। ਲੋਕਾਂ ਨੇ ਭੇਟਾਵਾਂ ਗੁਰੂ ਨੂੰ ਦਿੱਤੀਆਂ। ਉਹ ਗੁਰੂ ਦੀਆਂ ਭੇਟਾਵਾਂ ਜਿਹੜੀਆਂ ਸੀ ਉਹ ਭਾਈ ਕਲਿਆਣਾ ਜੀ ਦੇ ਕੋਲ ਸੀ। ਹੁਣ ਧਾੜਵੀ ਦਾ ਕੰਮ ਤਾਂ ਡਾਕੇ ਮਾਰਨੇ, ਸਮਾਨ ਖੋਹਣਾ, ਕੁੱਟਣਾ, ਮਾਰਨਾ, ਬੰਦੇ ਨੂੰ ਮਾਰਨਾ। ਜਿਉਂ ਹੀ ਨੱਖੂ ਧਾੜਵੀ ਦੀ ਨਿਗਾਹ ਪਈ ਭਾਈ ਕਲਿਆਣਾ ਤੇ, ਸਾਹਮਣੇ ਖੜਾ ਹੋ ਗਿਆ, ਕਹਿਣ ਲੱਗਾ ਰੱਖ ਦੇ ਜੋ ਕੁਛ ਇੱਥੇ। ਪੁੱਛਿਆ ਤੂੰ ਕੌਣ? ਕਹਿਣ ਲੱਗਾ ਮੈਂ ਗੁਰੂ ਦਾ ਸਿੱਖ ਭਾਈ ਕਲਿਆਣਾ। ਕਹਿੰਦੇ ਰੱਖ ਦੇ ਸਭ ਕੁਛ। ਕਹਿੰਦੇ ਮੇਰਾ ਹੁੰਦਾ ਰੱਖ ਦਿੰਦਾ, ਮੇਰਾ ਹੁੰਦਾ ਰੱਖ ਦਿੰਦਾ, ਕੋਈ ਚਿੰਤਾ ਨਹੀਂ ਸੀ। ਇਹ ਤੇ ਗੁਰੂ ਦੀ ਇਮਾਨ ਤੇ ਰੱਖੀ ਤੇ ਨਹੀਂ ਜਾਂਦੀ, ਇਹ ਤੇ ਸਿਰ ਦੇ ਨਾਲ ਲਿਜਾ ਸਕਦਾ। ਮੈਨੂੰ ਕਤਲ ਕਰਕੇ, ਮੈਨੂੰ ਮਾਰ ਕੇ ਲਿਜਾ ਸਕਦਾ ਹੈ ਇਹ ਗੁਰੂ ਦੀ ਇਮਾਨਤ ਨੂੰ। ਉੱਦਾਂ ਗੁਰੂ ਦੀ ਇਮਾਨਤ ਨਹੀਂ ਤੇਰੇ ਕੋਲ ਜਾਵੇ। ਜਦੋਂ ਹੀ ਗੁਰੂ ਦਾ ਨਾਮ ਲਿਆ ਪਿਆਰਿਓ, ਨੱਖੂ ਧਾੜਵੀ ਦੇ ਇੱਕ ਮਨ ਤੇ ਬਹੁਤ ਵੱਡੀ ਚੋਟ ਲੱਗੀ, ਇਸੇ ਸ਼ਬਦ ਦੀ। ਕਹਿਣ ਲੱਗਾ ਸੱਚ ਹੈ, ਕਹਿਣ ਲੱਗਾ ਸੱਚ ਹੈ। ਕਹਿੰਦਾ ਜੇ ਸੱਚ ਆ ਤੇ ਚੱਲ ਮੈਂ ਤੇਰੇ ਨਾਲ ਚੱਲਦਾ। ਜੇ ਤੂੰ ਇਹ ਇਮਾਨਤ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ ਤੇ ਫਿਰ ਤੇ ਤੈਨੂੰ ਦੇਊਂਗਾ ਛੱਡ, ਕੁਛ ਨਹੀਂ ਕਹਿੰਦਾ। ਜੇ ਤੂੰ ਇਹ ਗੁਰੂ ਦੇ ਚਰਨਾਂ ਵਿੱਚ ਇਮਾਨਤ ਨਾ ਰੱਖੀ ਤੇ ਤੈਨੂੰ ਗੁਰੂ ਦੇ ਸਾਹਮਣੇ ਕਤਲ ਕਰ ਦੂੰ। ਕਹਿੰਦਾ ਠੀਕ ਆ। ਦੋਨੇ ਜਣੇ ਅੰਮ੍ਰਿਤਸਰ ਚਲੇ ਗਏ। ਅੰਮ੍ਰਿਤਸਰ ਦੋਨੇ ਜਣੇ ਚਲੇ ਗਏ। ਜਾ ਕੇ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ। ਭੇਟਾਵਾਂ ਜਿਹੜੀਆਂ ਇਮਾਨਤ ਸੀ ਉਹ ਚਰਨਾਂ 'ਚ ਰੱਖੀਆਂ ਸਤਿਗੁਰਾਂ ਦੇ। ਪੁੱਛਿਆ ਇਹ ਕੌਣ? ਕੀ ਜਾਣਦੇ ਨਹੀਂ ਸੀ ਗੁਰੂ ਸਾਹਿਬ? ਜਾਣਦੇ, ਸਭ ਕੁਝ ਜਾਣਦੇ ਸੀ। ਪੁੱਛਿਆ ਕੌਣ? ਕਹਿੰਦਾ ਜੀ ਮੈਂ ਨੱਖੂ ਧਾੜਵੀ, ਡਾਕੇ ਮਾਰਦਾ। ਸਤਿਗੁਰੂ ਕਹਿਣ ਲੱਗੇ ਬਾਹਰ ਦੇ ਡਾਕੇ ਛੱਡ, ਅੰਦਰ ਡਾਕੇ ਮਾਰਨੇ ਸ਼ੁਰੂ ਕਰ ਦੇ। ਰੱਬ ਦੇ ਨਾਮ ਨੂੰ ਲੁੱਟਣਾ ਸ਼ੁਰੂ ਕਰ ਦੇ। ਝੂਠ ਉਹਨੇ ਵੀ ਨਹੀਂ ਬੋਲਿਆ ਨੱਖੂ ਨੇ, ਵਾਲਸ਼ਾਲ ਨਹੀਂ ਕੋ ਕੀਤਾ ਉਹਨੇ। ਸਾਫ਼ ਸਾਫ਼ ਗੱਲ ਕਰਤੀ ਕਿ ਮੈਂ ਧਾੜਵੀ। ਗੁਰੂ ਨੇ ਸਰ ਧਾੜਵੀ ਆ, ਲੁਟੇਰਾ ਹੈ ਤੇ ਰੱਬ ਦਾ ਨਾਮ ਲੁੱਟ ਲਾ। ਫਿਰ ਬਸ ਐਸੀ ਗੁਰੂ ਦੀ ਕਿਰਪਾ ਹੋਈ। ਕੁਝ ਸਮਾਂ ਸੇਵਾ ਕੀਤੀ, ਤਨ ਮਨ ਇੱਕੇ ਟਾਈਮ ਬਦਲ ਗਿਆ ਗੁਰੂ ਦੀ ਕਿਰਪਾ ਦੇ ਨਾਲ। ਡਾਕੇ ਮਾਰਦੇ, ਚੋਰੀਆਂ, ਲੁੱਟਣਾ ਫੁੱਟਣਾ ਛੱਡ ਕੇ ਇਹੋ ਜਿਹਾ ਗੁਰਸਿੱਖ ਬਣਿਆ। ਤਾਂ ਉਹਦੀ ਅਵਸਥਾ ਕਿਹੋ ਜਿਹੀ ਹੋਈ? ਕੁਝ ਸਮਾਂ ਪਹਿਲਾਂ ਕਿਸੇ ਸ਼ਾਹੂਕਾਰ ਦੇ ਬੱਚਾ ਪੈਦਾ ਹੋਇਆ, ਕੋਈ 15 ਸਾਲ ਪਹਿਲਾਂ। ਤੇ ਜੰਗਲ ਵਿੱਚ ਉਪਰਾਮ ਹੋ ਕੇ ਸੰਸਾਰ ਤੋਂ ਜੰਗਲ ਵਿੱਚ ਰੱਬ ਦਾ ਨਾਮ ਲੈਣ ਲੱਗ ਗਏ। ਰੱਬ ਦਾ ਨਾਮ ਲੁੱਟਣ ਲੱਗ ਗਏ ਜੰਗਲ 'ਚ ਬੈਠ ਕੇ। ਵੀ ਜਿੰਨੀ ਕੁ ਪਿਛਲੀ ਲੇਟ ਆ ਉਹ ਕੱਢ ਲਈਏ, ਜਿੰਨੀ ਕੁ ਪਿਛਲੀ ਲੇਟ ਆ ਉਹ ਕੱਢ ਲਈਏ।
ਇਹੋ ਜਿਹਾ ਨਾਮ ਨੂੰ ਜੱਫਾ ਮਾਰਿਆ, ਮੁੜ ਕੇ ਛੱਡਿਆ ਹੀ ਨਹੀਂ। ਅਵਸਥਾ ਕੀ ਹੋ ਗਈ ਗੁਰਸਿੱਖ ਦੀ? ਜਦੋਂ ਕਿਤੇ ਜੰਗਲ ਵਿੱਚ ਭੁੱਖ ਲੱਗਣੀ ਤੇ ਪਿੰਡੋਂ ਆਣ ਕੇ ਕਿਸੇ ਨਾ ਕਿਸੇ ਗ੍ਰਸਤੀ ਦੇ ਕੋਲੋਂ ਪ੍ਰਸ਼ਾਦਾ ਛਕ ਲੈਣਾ। ਇੱਕ ਵਾਰੀ ਅਚਾਨਕ ਹੀ ਉਹ ਸ਼ਾਹੂਕਾਰ ਦੇ ਘਰ ਚਲੇ ਗਏ, ਜਿਹਦਾ 15 ਸਾਲ ਦਾ ਬੱਚਾ ਹੋ ਗਿਆ ਸੀ। ਤੇ 15 ਸਾਲ ਜਦੋਂ ਪਹਿਲਾਂ ਬੱਚਾ ਹੋਇਆ ਨਾ, ਉਦੋਂ ਪੰਡਿਤ ਜੀ ਕੋਲੋਂ ਜਨਮ ਪੱਤਰੀ ਬਣਵਾਈ। ਬਣਾਉਂਦੇ ਸੀ, ਅੱਜ ਵੀ ਬਣਦੀ ਹੈ। ਪਹਿਲਾਂ ਲੋਕ ਬਣਾਉਂਦੇ ਸੀ, ਅੱਜ ਵੀ ਬਣਦੀ ਹੈ। ਉਸ ਪੰਡਿਤ ਜੀ ਨੇ ਆਪਣਾ ਜੋਸ਼ ਵਿਦਿਆ ਦੇ ਨਾਲ ਕਿਹਾ, ਕਹਿੰਦੇ ਸ਼ਾਹੂਕਾਰ ਨੂੰ, ਸੇਠ ਜੀ 15 ਸਾਲ ਤੋਂ ਅੱਗੇ ਬੱਚਾ ਤੇਰਾ ਨਹੀਂ ਜਾ ਸਕਦਾ, 15 ਸਾਲ ਤੱਕ ਮਰ ਜਾਊਗਾ ਬੱਚਾ ਤੇਰਾ। ਹੁਣ ਕੁਛ ਸਮਾਂ ਤਾਂ ਠੀਕ ਲੰਘਿਆ, ਹੁਣ ਜਿਵੇਂ ਜਿਵੇਂ ਦਿਨ ਲਾਗੇ ਆਉਂਦੇ ਜਾਂਦੇ ਆ, ਤਿਵੇਂ ਤਿਵੇਂ ਸ਼ਾਹੂਕਾਰ ਦੇ ਮਨ ਨੂੰ ਦੁੱਖ ਪਹੁੰਚੀ ਜਾਂਦਾ ਹੈ ਬਈ ਇਹ ਬੱਚਾ ਤੇ ਮੇਰਾ ਮਰਨ ਵਾਲਾ ਹੈ। ਮੁੱਕਦੀ ਗੱਲ ਕਰੀਏ ਕਿ 15 ਸਾਲ ਪੂਰੇ ਹੋ ਗਏ। ਉਧਰੋਂ ਇਹ ਗੁਰਸਿੱਖ ਦਾ ਜਾਣਾ ਸ਼ੁਰੂ ਹੋ ਗਿਆ, ਜਾ ਕੇ ਪ੍ਰਸ਼ਾਦਾ ਮੰਗਿਆ। ਜਦੋਂ ਆਵਾਜ਼ ਮਾਰੀ ਅੰਦਰੋਂ, ਸ਼ਾਹੂਕਾਰ ਨਿਕਲਿਆ। ਅੰਦਰ ਬੀਬੀਆਂ, ਪਰਿਵਾਰ ਰੋਣ ਡਿਆ ਸੀ। ਸ਼ਾਹੂਕਾਰ ਬਾਹਰ ਨਿਕਲਿਆ, ਕਹਿਣ ਲੱਗਾ, ਆਓ। ਕਿਵੇਂ ਆਏ? ਕਹਿਣ ਲੱਗਾ ਜੀ ਪ੍ਰਸ਼ਾਦਾ ਛਕਣਾ। ਕਹਿੰਦੇ ਪ੍ਰਸ਼ਾਦਾ ਪੱਕਾ ਨਹੀਂ। ਕਿਉਂ ਨਹੀਂ ਪੱਕਾ? ਰਾਤ ਦਾ ਦੇ ਜਿੱਦਾਂ ਦਾ ਹੈਗਾ ਉੱਦਾਂ ਰੁੱਖਾ ਮਿੱਸਾ ਦੇ ਦੇ। ਕਹਿੰਦਾ ਸਾਧੂ ਬਿਰਤੀ ਹੋ ਗਈ, ਉਹਨੂੰ ਸਵਾਦਾਂ ਦਾ, ਜੀਭ ਦਾ ਰਸ ਖਤਮ ਹੋ ਜਾਂਦਾ। ਉਹਦੇ ਜੀਭ ਦਾ ਰਸ ਬਿਲਕੁਲ ਖਤਮ ਹੋ ਜਾਂਦਾ ਹੈ। ਉਹ ਸਿਰਫ ਜੀਣ ਵਾਸਤੇ ਪੇਟ ਭਰਦਾ ਹੈ, ਸਵਾਦ ਵਾਸਤੇ ਪੇਟ ਨਹੀਂ ਭਰਦਾ, ਜੀਣ ਵਾਸਤੇ ਪੇਟ ਭਰਦਾ। ਕਹਿਣ ਲੱਗਾ ਰੋਟੀ ਪੱਕੀ ਨਹੀਂ, ਦੋ ਦਿਨ ਹੋ ਗਏ ਰੋਟੀ ਨਹੀਂ ਪੱਕੀ। ਸਾਡੇ ਸੋ ਗਿਆ, ਸਾਡਾ ਬੱਚਾ ਮਰਨ ਤੇ ਪਿਆ ਹੈ। ਪੁੱਛਿਆ ਕੀ ਗੱਲ ਹੋਈ? ਕਹਿੰਦੇ 15 ਸਾਲ ਬੱਚਾ ਪਹਿਲਾਂ ਹੋਇਆ ਸੀ। ਪੰਡਿਤ ਜੀ ਦੇ ਦੱਸੇ ਮੁਤਾਬਕ ਦੇ 15 ਸਾਲ ਉਮਰ ਹੋ ਗਿਆ ਤੇ 15 ਸਾਲ ਦੀ ਉਮਰ ਆ। ਹੁਣ ਤੇ ਬਸ ਇੱਕ ਘੜੀ ਪਲਦਾ ਹੈ, ਦੀਕ ਰਹੇ ਨੂੰ ਇੰਤਜ਼ਾਰ ਕਰ ਰਹੇ ਨੇ ਕਦੋਂ ਮਰਦਾ ਹੋਣਾ। ਇੰਨੀ ਕੁ ਰਹਿਮਤ ਮਨ ਵਿੱਚ ਆ ਗਈ ਵੀ 2 ਦਿਨ ਲੰਗਰ ਨਹੀਂ ਛਕਿਆ ਇਹਨਾਂ ਨੇ। ਉਹ 2 ਦਿਨ ਦੀਆਂ ਪਈਆਂ ਹੋਈਆਂ ਰੋਟੀਆਂ ਸੇਠ ਨੇ ਲਿਆਣ ਕੇ ਹੱਥੇ ਰੱਖ ਦਿੱਤੀਆਂ। ਤੇ ਮੂੰਹ 'ਚ ਪਤਾ ਕੀ ਕਿਹਾ? ਕਹਿੰਦੇ 10 20 10 ਦਾ 20 ਭਾਵ ਮੂੰਹ ਵਿੱਚੋਂ 20 ਦਾ ਸ਼ਬਦ ਨਿਕਲ ਗਿਆ ਵੀ 10 ਤੇ 10 20 ਸਾਲ ਦੀ ਉਮਰ ਬਣ ਗਈ। ਨਹੀਂ ਸਮਝਿਆ, ਸੇਠ ਨੇ ਸਮਝਿਆ ਬਈ 20 ਸਾਲ ਦੀ ਉਮਰ ਵਧਾਤੀ ਹੈ। ਦੇਖੋ ਪਿਆਰੇ, ਇੱਕ ਨਿਯਮ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਸਵਾਸ ਨਹੀਂ ਘੱਟ ਨਹੀਂ ਸਕਦਾ, ਸਵਾਸ ਵੱਧ ਨਹੀਂ ਸਕਦਾ। ਤੇ ਲਿਖਣ ਵਾਲਾ ਕੌਣ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਉਹਦੀ ਬਰਾਬਰ ਦੀ ਤਾਕਤ ਉਹਦੇ ਵਿੱਚ ਇੱਕ ਹੋਇਆ ਸੇਵਾ ਕਰਕੇ। ਉਹਦਾ ਸੇਵਕ ਜਿਹਦਾ ਜੀ ਜਾਨ ਇੱਕ ਹੋ ਗਿਆ ਹੋਵੇ, ਉਹਦੇ ਵਿੱਚ ਵੀ ਉਹੀ ਰੱਬ ਵਸਦਾ ਨਾ। ਉਹ ਰੱਬ ਹੀ ਉਹਦੇ ਵਿੱਚੋਂ ਮੂੰਹ 'ਚੋਂ ਬੋਲ ਕਢਾਇਆ ਨਾ। ਉਸੇ ਟਾਈਮ ਉੱਥੇ ਅਕਾਲ ਪੁਰਖ ਵਾਹਿਗੁਰੂ ਪਹੁੰਚਿਆ, ਉਹਦੀ 20 ਸਾਲ ਦੀ ਉਮਰ ਵਧਾਈ।
ਤਤਕਾਲ ਹੋ ਆਵੇ। ਸਿਕਤੀ ਸੇਵਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਸੇਵਕ ਠਾਕੁਰ ਪੈ ਸੇਵਕ, ਤਤਕਾਲ ਹੋ ਆਵੇ। ਉਸੇ ਟਾਈਮ 20 ਸਾਲ ਦੀ ਉਮਰ ਜਦੋਂ ਸਮਾਂ ਦੱਸਿਆ ਹੋਇਆ ਸਮਾਪਤ ਹੋ ਗਿਆ, ਉਸ ਜੋਤਸ਼ੀ ਨੇ ਬੰਦਾ ਭੇਜਿਆ ਵੀ ਫਲਾਣੇ ਸ਼ਾਹੂਕਾਰ ਦੇ ਬੱਚੇ ਦੀ ਜਿਹੜੀ ਨਾ ਉਮਰ ਹੁਣ ਸਮਾਪਤ ਹੋਈ ਆ, ਦੇਖਿਆ ਮਰ ਗਿਆ ਕਿ ਨਹੀਂ ਮਰ ਗਿਆ। ਉਸ ਨੂੰ ਕੋਈ ਲਾਲਚ ਨਾ ਹੋਵੇ, ਪਰ ਉਹਨੇ ਆਪਣੇ ਜੋਤਿਸ਼ ਦੀ ਪਰਖ ਕਰਨੀ ਹੋਵੇ। ਉਹ ਕਹਿਣ ਲੱਗ ਜੀ ਉਹਨਾਂ ਦਾ ਕਰਤੇ ਲੱਡੂਆਂ ਮਿਠਾਈ ਵੰਡੀਆਂ ਜਾ ਰਹੀਆਂ ਨੇ, ਉਹ ਤਾਂ ਖੁਸ਼ ਬਹੁਤ ਆ। ਖੁਦ ਜੋਤਸ਼ੀ ਆਪ ਚੱਲ ਕੇ ਸ਼ਾਹੂਕਾਰ ਦੇ ਘਰੇ ਗਿਆ, ਜਾ ਕੇ ਪੁੱਛਿਆ ਵੀ ਬੱਚੇ ਦੀ ਉਮਰ ਤੇ ਸਮਾਪਤ ਹੋ ਗਈ ਆ, ਤੁਸੀਂ ਲੱਡੂ ਮਠਿਆਈਆਂ ਵੰਡਣ ਡਏ ਜੀ, ਕੀ ਕਾਰਨ? ਕਹਿੰਦੇ ਬੱਚੇ ਤੋਂ ਕੁਝ ਵੀ ਨਹੀਂ ਹੋਇਆ, ਬਿਮਾਰ ਸੀ ਠੀਕ ਹੋ ਗਿਆ। ਬਿਮਾਰ ਸੀ ਠੀਕ ਹੋ ਗਿਆ, ਕੁਛ ਨਹੀਂ ਹੁਣ ਬੱਚੇ ਨੂੰ ਕੋਈ ਤਕਲੀਫ ਨਹੀਂ, ਬੱਚੇ ਨੂੰ ਖੁਸ਼ੀ ਨਾਲ ਵੰਡ ਰਹੇ। ਉਹ ਕਹਿੰਦਾ ਇਹ ਤਾਂ ਕਦੇ ਨਹੀਂ ਹੋ ਸਕਦਾ, ਮੇਰੇ ਜੀਵਨ ਦਾ ਤਜਰਬਾ, ਮੇਰਾ ਜੋਤਿਸ਼ ਕਹਿ ਰਿਹਾ ਇੱਕ ਦਿਨ ਇੱਕ ਸਵਾਸ ਵੱਧ ਨਹੀਂ ਸੀ ਲੈ ਸਕਦਾ, ਇੱਦਾਂ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ? ਕਹਿੰਦੇ ਜੀ ਇੱਕ ਰਮਤਾ ਫਕੀਰ ਆਇਆ, ਅਸੀਂ ਰੋਕ ਲਾ ਰਹੇ ਸੀ, 2 ਦਿਨ ਦੀਆਂ ਬਾਸੀਆਂ ਰੋਟੀਆਂ ਨੂੰ ਦੇਤੀਆਂ, ਉਹ ਹੱਥ 'ਤੇ ਰਕਾ ਕੇ ਤੇ 10-10 ਕਰਕੇ 20 ਸਾਲ ਕਹਿ ਗਿਆ, ਪਤਾ ਨਹੀਂ ਕੀ ਕਹਿ ਗਿਆ। ਕੌਣ ਸੀ? ਲੱਖੂ ਧਾੜਵੀ ਹੁੰਦਾ ਜਿਹੜਾ, ਲੱਖੂ ਧਾੜਵੀ ਜਿਹੜਾ ਅੱਜ ਕੱਲ੍ਹ